जी गुड आफ्टरनून बच्चे ਜਿਹੜਾ ਆਪਣੇ ਕੋਲੇ ਸਬਜੈਕਟ ਦੇ ਰਾਹੀਂ ਜੋ ਆਪਾਂ ਗਿਆਨ ਲੈ ਰਹੇ ਹੈਗੇ ਆ ਐਕਸਪੀਰੀਐਂਸ਼ੀਅਲ ਲਰਨਿੰਗ ਆਪਣਾ ਸਬਜੈਕਟ ਹੈਗਾਗਾ ਔਰ ਸੈਕਸ਼ਨ A ਦੇ ਵਿੱਚ ਆਪਣੇ ਕੋਲ ਜਿਹੜਾ ਟੌਪਿਕ ਹੈਗਾਗਾ ਸਮੁਦਾਇ ਪ੍ਰਤੀ ਅਧਿਆਪਕ ਦੀਆਂ ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ। ਹੁਣ ਕੀ ਹੈਗਾਗਾ देखो ਆਪਾਂ ਲਾਸਟ ਲੈਕਚਰ ਦੇ ਵਿੱਚ ਮਹਾਤਮਾ ਗਾਂਧੀ ਜੀ ਦੀ ਆਪਾਂ ਜੋ ਪਾਲਿਸੀ ਸੀਗੀ ਤਾਂ ਉਹ ਨਈ ਤਾਲੀਮ ਜਿਹਨੂੰ ਆਪਾਂ ਕਹਿੰਦੇ ਸੀਗੇ ਉਹਦੇ ਬਾਰੇ ਆਪਾਂ ਦੇਖਿਆ ਉਹਨਾਂ ਨੇ ਕੀ ਧਾਰਨਾ ਬਣਾਈ ਕਿ ਸਰਵਉੱਦੇ ਸਿੱਖਿਆ ਹੋਣੀ ਚਾਹੀਦੀ ਹੈ। ਫਿਰ ਆਪਾਂ ਇੱਕ ਅਨੁਭਵੀ ਜਿਹੜੀ ਹੈਗੀ ਸਿੱਖਿਆ ਉਹਦੇ ਬਾਰੇ ਆਪਾਂ ਗਿਆਨ ਹਾਸਲ ਕੀਤਾ। ਅੱਜ ਜਿਹੜਾ ਆਪਣਾ ਟੌਪਿਕ ਹੈਗਾਗਾ ਉਹ ਹੈਗਾ ਕਿ ਸਮੁਦਾਇ ਦੇ ਪ੍ਰਤੀ। ਪਹਿਲੀ ਗੱਲ ਤਾਂ ਇਹ ਹੈਗੀ ਆ ਆਪਾਂ ਦੇਖੋ ਬਚਪਨ ਤੋਂ ਲੈ ਕੇ ਜਿਹੜੀ ਆਪਣੀ ਪ੍ਰਾਇਮਰੀ ਜਾਂ ਬੇਸਿਕ ਐਜੂਕੇਸ਼ਨ ਜਿਹੜੀ ਹੈਗੀ ਆ ਔਰ ਹਾਇਰ ਐਜੂਕੇਸ਼ਨ ਜਿਹੜੀ ਹੈਗੀ ਆ ਉਹਦੇ ਵਿੱਚ ਇੱਕ ਅਧਿਆਪਕ ਦਾ ਬਹੁਤ ਵੱਡਾ ਯੋਗਦਾਨ ਹੈ। ਹੁਣ ਅਧਿਆਪਕ ਦਾ ਯੋਗਦਾਨ ਹੋਣ ਦੇ ਨਾਲ ਕੀ ਹੈਗਾਗਾ ਉਹ ਇੱਕ ਸਮੁਦਾਇ ਦਾ ਹਿੱਸਾ ਵੀ ਹੈਗਾਗਾ। ਆਪਾਂ ਕਮਿਊਨਿਟੀ ਦੀ ਗੱਲ ਕਰਦੇ ਹੈਗੇ ਸਮੁਦਾਇ ਨੂੰ ਅਸੀਂ ਜੇਕਰ ਟ੍ਰਾਂਸਲੇਟ ਕਰੀਏ ਇੰਗਲਿਸ਼ ਦੇ ਵਿੱਚ ਤਾਂ ਅਸੀਂ ਇਸ ਨੂੰ ਕਮਿਊਨਿਟੀ ਬੋਲਦੇ ਹੈਗੇ ਆ। ਇਸ ਦੀ ਇੰਟਰੋਡਕਸ਼ਨ ਜਿਹੜੀ ਹੈਗੀ ਇਸ ਟੌਪਿਕ ਦੀ ਆਪਾਂ ਕੀ ਲਿਖ ਸਕਦੇ ਹੈਗੇ ਇੰਟਰੋਡਕਸ਼ਨ ਦੇ ਵਿੱਚ ਆਪਾਂ ਆਪਣੀ ਭਾਸ਼ਾ ਦੁਆਰਾ ਇਸ ਨੂੰ ਅਸੀਂ ਲਿਖ ਸਕਦੇ ਹੈਗੇ ਆ ਇੰਟਰੋਡਕਸ਼ਨ ਨੂੰ ਕਿ ਜਿਹੜੀ ਸਿੱਖਿਆ ਹੈਗੀ ਆ ਜਿਵੇਂ ਹੁਣ ਆਪਾਂ ਦੇਖੀਏ ਵੀ ਆਪਾਂ ਪ੍ਰਾਇਮਰੀ ਐਜੂਕੇਸ਼ਨ ਲੈ ਕੇ ਆਏ ਸੀਗੇ ਅੱਜ ਵੀ ਪ੍ਰਾਇਮਰੀ ਐਜੂਕੇਸ਼ਨ ਬੱਚੇ ਲੈ ਰਹੇ ਹਨ ਆਪਣੇ ਦੁਆਰਾ ਲਈ ਹੋਈ ਪ੍ਰਾਇਮਰੀ ਐਜੂਕੇਸ਼ਨ ਔਰ ਹੁਣ ਦੇ ਸਮੇਂ ਦੇ ਵਿੱਚ ਜਦੋਂ ਆਪਾਂ ਕੰਪੈਰੀਜ਼ਨ ਕਰਕੇ ਦੇਖਾਂਗੇ ਇੱਕ ਅੰਤਰ ਦੇਖਾਂਗੇ ਤਾਂ ਉੱਥੇ ਇੱਕ ਟੀਚਰ ਦਾ ਤੇ ਇੱਕ ਹੈਡ ਟੀਚਰ ਦਾ ਬਹੁਤ ਵੱਡਾ ਪਰਿਵਰਤਨ ਆਇਆ ਹੈ। ਬਹੁਤ ਵੱਡਾ ਉਹਨਾਂ ਦੀਆਂ ਭੂਮਿਕਾਵਾਂ ਦੇ ਵਿੱਚ ਪਰਿਵਰਤਨ ਆਇਆ ਹੈ। ਮਤਲਬ ਕੀ ਹੈਗਾ ਉਹਨਾਂ ਦੇ ਰੋਲ ਜਿਹੜੇ ਹੈਗੇ ਸੀਗੇ ਇੱਕ ਪ੍ਰਾਇਮਰੀ ਐਜੂਕੇਸ਼ਨ ਦੇ ਇੱਕ ਟੀਚਰ ਹੋਣ ਦੇ ਨਾਤੇ ਔਰ ਇੱਕ ਹੈਡ ਟੀਚਰ ਹੋਣ ਦੇ ਨਾਤੇ ਅੱਜ ਦੇ ਟਾਈਮ ਦੇ ਵਿੱਚ ਕੀ ਹੈਗਾ ਕਿ ਚੇਂਜਿੰਗਸ ਆਈਆਂ ਹਨ। ਉਹਨਾਂ ਪਰਿਵਰਤਨ ਨੂੰ ਲੈ ਕੇ ਹੀ ਸਾਡੇ ਕੋਲ ਇੱਕ ਟੌਪਿਕ ਸਾਹਮਣੇ ਆਇਆ ਹੈਗਾ ਕਿ ਸਮੁਦਾਇ ਦੇ ਪ੍ਰਤੀ ਜਿਹੜਾ ਅਧਿਆਪਕ ਹੈਗਾ ਉਹਦੀਆਂ ਕੀ ਰੋਲਸ ਹੈਗੇ ਨੇ ਐਂਡ ਰਿਸਪੌਂਸਿਬਿਲਿਟੀਜ਼ ਕੀ ਹੈਗੇ ਨੇ ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ। ਇੱਕ ਆਪਾਂ ਕਹਿ ਦਿੰਦੇ ਆ ਜਦੋਂ ਅਸੀਂ ਇਸ ਨੂੰ ਇੱਕ ਇੰਗਲਿਸ਼ ਦੇ ਵਿੱਚ ਜਦੋਂ ਅਸੀਂ ਇਸ ਨੂੰ ਟ੍ਰਾਂਸਲੇਟ ਕਰਦੇ ਹੈਗੇ ਆ ਰੋਲ ਐਂਡ ਰਿਸਪੌਂਸਿਬਿਲਿਟੀਜ਼ ਆਫ ਟੀਚਰ ਫॉर ਦਾ ਕਮਿਊਨਿਟੀ। ਇਹ ਗੱਲਾਂ ਧਿਆਨ ਦੇ ਵਿੱਚ ਰੱਖਣੀਆਂ ਚਾਹੀਦੀਆਂ ਹਨ। ਦੇਖੋ ਇੱਕ ਕਮਿਊਨਿਟੀ ਬੇਸ ਦੇ ਉੱਤੇ ਇੱਕ ਅਧਿਆਪਕ ਦੀ ਕੀ ਭੂਮਿਕਾ ਹੋਊਗੀ ਔਰ ਉਸ ਦਾ ਕੀ ਰੋਲ ਹੈ ਅਤੇ ਐਂਡ ਕੀ ਜ਼ਿੰਮੇਵਾਰੀਆਂ ਹਨ ਔਰ ਕੀ ਰਿਸਪੌਂਸਿਬਿਲਿਟੀਜ਼ ਹਨ। ਇਸ ਟੌਪਿਕ ਨੂੰ ਜੇਕਰ ਅਸੀਂ ਥੋੜਾ ਜਿਹਾ ਧਿਆਨ ਦੇ ਵਿੱਚ ਲੈ ਕੇ ਚੱਲਾਂਗੇ ਤਾਂ ਸਾਡੀ ਜਿਹੜੀ ਇੰਟਰੋਡਕਸ਼ਨ ਹੈਗੀ ਹੈ ਨੋ ਡਾਊਟ ਅਸੀਂ ਆਪਾਂ ਆਪ ਦੀ ਸ਼ਬਦਾਵਲੀ ਦੇ ਕੇ ਅਸੀਂ ਲਿਖ ਸਕਦੇ ਹੈਗੇ ਆ। ਤਾਂ ਉੱਥੇ ਅਸੀਂ ਕੀ ਕਹਿ ਸਕਦੇ ਹੈਗੇ ਆ ਕਿ ਆਪਾਂ ਲਿਖ ਸਕਦੇ ਹਾਂ ਕਿ ਜਿਹੜੀ ਹੁਣ ਦੀ ਐਜੂਕੇਸ਼ਨ ਜਿਹੜੀ ਹੈਗੀ ਆ ਪਹਿਲਾਂ ਵਾਂਗ ਕਹਿੰਦੇ ਅਧਿਆਪਕ ਕੇਂਦਰਿਤ ਜਾਂ ਪ੍ਰਕਿਰਿਆ ਨਹੀਂ ਰਹਿ ਗਈ। ਪਹਿਲਾਂ ਜਿਹੜੀ ਐਜੂਕੇਸ਼ਨ ਸੀਗੀ ਉਹ ਕਿਹਦੇ ਉੱਪਰ ਸੀਗੀ ਜੀ ਅਧਿਆਪਕ ਕੇਂਦਰ ਸੀ। ਜੋ ਆਪਾਂ ਕਹਿ ਸਕਦੇ ਥੇ ਜੋ ਪਹਿਲਾਂ ਦੀ ਸਿੱਖਿਆ ਅਧਿਆਪਕ ਕੇਂਦਰਿਤ ਸੀ ਉਹ ਹੁਣ ਨਹੀਂ ਹੈ। ਹੁਣ ਇੱਥੋਂ ਆਪਾਂ ਕੀ ਲਾ ਸਕਦੇ ਹਾਂ ਜੀ ਭਾਵਨਾ ਇਹਦਾ ਅਰਥ ਕੀ ਹੋਇਆ ਵੀ ਜਿਹੜੀਆਂ ਇੱਕ ਪਹਿਲਾਂ ਟੀਚਰਸ ਦੀਆਂ ਰਿਸਪੌਂਸਿਬਿਲਿਟੀਜ਼ ਹੁੰਦੀਆਂ ਸੀ ਅਧਿਆਪਕ ਕੇਂਦਰਿਤ ਸਿੱਖਿਆ ਹੁੰਦੀ ਸੀ। ਕਹਿਣ ਤੋਂ ਭਾਵ ਜਿਸ ਤਰੀਕੇ ਨਾਲ ਜੋ ਅਧਿਆਪਕ ਨੇ ਇੱਕ ਗੁਰੂ ਨੇ ਪਾਠਸ਼ਾਲਾ ਦੇ ਵਿੱਚ ਜੋ ਕਹਿ ਦਿੱਤਾ ਉਹ ਸੰਭਵ ਸੀ ਉਸ ਨੂੰ ਮੰਨਣਾ ਇੱਕ ਸਿੱਖਿਆਰਥੀ ਦਾ ਇੱਕ ਗੁਰੂ ਦੇ ਰੂਪ ਦੇ ਰਾਹੀਂ ਦਿੱਤੀ ਗਈ ਸਿੱਖਿਆ ਇੱਕ ਚੇਲੇ ਨੂੰ ਕੀ ਸੀਗੀ ਮੰਨਣੀ ਪੈਂਦੀ ਸੀਗੀ। ਤਾਂ ਅੱਜ ਦੀ ਜਿਹੜੀ ਇੱਕ ਸਿੱਖਿਆ ਹੈਗੀ ਹੈ ਉਹ ਕਹਿੰਦੇ ਪਹਿਲਾਂ ਦੀ ਸਿੱਖਿਆ ਵਾਂਗ ਇੱਕ ਅਧਿਆਪਕ ਕੇਂਦਰਿਤ ਸਿੱਖਿਆ ਨਹੀਂ ਰਹੀ। ਪਹਿਲੀ ਗੱਲ ਤਾਂ ਇਹ ਹੋ ਗਈ। ਦੂਸਰੀ ਗੱਲ ਕੀ ਹੈਗੀ ਹੈ ਕਹਿੰਦੇ ਜਿਹੜੀ ਹੁਣ ਦੀ ਸਿੱਖਿਆ ਹੈਗੀ ਹੈ ਨਾ ਉਹ ਬਾਲ ਕੇਂਦਰਿਤ ਹੈ ਵੀ ਮਤਲਬ ਜੋ ਬੱਚੇ ਦੀਆਂ ਭਾਵਨਾਵਾਂ ਹੈਗੀਆਂ ਨੇ ਉਸ ਨੂੰ ਵਿਕਾਸ ਕਿਵੇਂ ਕਰਨਾ ਹੈ ਸਮਾਜ ਦੇ ਭਵਿੱਖ ਨੂੰ ਲੈ ਕੇ ਆਪਾਂ ਉਹਦੇ ਵਿੱਚ ਕੀ ਤਬਦੀਲੀਆਂ ਲਿਆ ਸਕਦੇ ਹਾਂ ਕਿਹੜੇ ਅਸੀਂ ਮੈਥਡ
लेके आना पैंदा है। किहड़ी बाल केंद्रित, समुदाय केंद्रित ਅਤੇ जीवन केंद्रित। हुण दी सिੱਖਿਆ बाल केंद्रित, समुदाय केंद्रित, ਅਤੇ जीवन केंद्रित। ਜਿਹੜੀ ਅੱਜ ਦੀ ਸਿੱਖਿਆ ਹੈਗੀ ਹੈ ਨਾ ਉਹ ਕਿਸ ਤੇ ਡਿਪੈਂਡ ਕਰਦੀ ਹੈਗੀ ਆ। ਆਪਾਂ ਇਹ ਕਹਿੰਦੇ ਕਿ ਜਿਹੜੀ ਅੱਜ ਦੀ ਸਿੱਖਿਆ ਜਾਂ ਹੁਣ ਦੀ ਸਿੱਖਿਆ ਜਿਹੜੀ ਹੈਗੀ ਆ ਉਹ ਪਹਿਲਾਂ ਤਾਂ ਬਾਲ ਕੇਂਦਰਿਤ ਹੋਣੀ ਚਾਹੀਦੀ ਹੈਗੀ ਆ ਸ਼ਬਦਾਂ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈਗਾ ਜੀ। ਫਿਰ ਉਹਨੇ ਕਹਿੰਦਾ ਜੀ ਸਮੁਦਾਇ ਕੇਂਦਰਿਤ, ਗੱਲ ਕਰ ਰਹੇ ਹੈਗੇ ਨੇ ਇੱਕ ਟੀਚਰ ਦੀ ਭੂਮਿਕਾ ਤੇ ਇੱਕ ਰਿਸਪੌਂਸਿਬਿਲਟੀ ਦੇ ਉੱਤੇ। ਫਿਰ ਉਹਨੇ ਗੱਲ ਕੀਤੀ ਹੈਗੀ ਆ ਜੀਵਨ ਕੇਂਦਰ ਦੇ ਵਿੱਚ। ਇਹ ਇੰਟਰੋਡਕਸ਼ਨ ਦੇ ਵਿੱਚ ਆਪਾਂ ਇੰਨੀਆਂ ਗੱਲਾਂ ਨੂੰ ਆਪਾਂ ਜੇਕਰ ਸਾਂਝਾ ਕਰ ਲਾਂਗੇ ਤਾਂ ਨੋ ਡਾਊਟ ਜਿਹੜਾ ਇੱਕ ਅਰਥ ਹੁੰਦਾ ਇੱਕ ਟੌਪਿਕ ਦਾ ਉਹਨੂੰ ਅਸੀਂ ਵਿਸਥਾਰਪੂਰਵਕ ਤਰੀਕੇ ਨਾਲ ਅਸੀਂ ਸਮਝ ਲੈਂਦੇ ਆ। ਫਿਰ ਆਪਾਂ ਕਹਿ ਸਕਦੇ ਹਾਂ ਕਿ ਜਿਹੜੀਆਂ ਅਧਿਆਪਕ ਦੀਆਂ ਜਾਂ ਮੁੱਖ ਅਧਿਆਪਕ ਦੀਆਂ ਇਹ ਕਿਰਿਆਵਾਂ ਹਨ, ਕਹਿੰਦੇ ਆਪਾਂ ਦੇਖਦੇ ਹੈਗੇ ਵੀ ਕਿਤੇ ਨਾ ਕਿਤੇ ਸਿੱਖਿਆਵਾਂ ਦੇ ਵਿੱਚ ਉਹਨਾਂ ਦੇ ਜਿਹੜੇ ਰੋਲ ਹੈਗੇ ਨੇ ਔਰ ਉਹਨਾਂ ਦੀਆਂ ਭੂਮਿਕਾਵਾਂ ਜਿਹੜੀਆਂ ਹੈਗੀਆਂ ਨੇ ਉਹ ਕੀ ਹੈਗੀਆਂ ਹਨ ਜਾਂ ਜ਼ਿੰਮੇਵਾਰੀਆਂ ਜਿਹੜੀਆਂ ਹੈਗੀਆਂ ਨੇ ਉਹ ਕੀ ਹੈਗੀਆਂ ਹਨ, ਬਦਲ ਰਹੀਆਂ ਹਨ, ਪਰਿਵਰਤਨ ਹੋ ਰਿਹਾ ਹੈ। ਤਾਂ ਉਸ ਨੂੰ ਪਰਿਵਰਤਨ ਨੂੰ ਦੇਖਦੇ ਹੋਏ ਉਸ ਦੇ ਵਿੱਚ ਆਪਾਂ ਫਸਟ ਜਿਹੜਾ ਆਪਣੇ ਕੋਲੇ ਸਬ ਪੁਆਇੰਟ ਹੈਗਾ ਜੀ ਉਹ ਲਿਖਣ ਤੋਂ ਪਹਿਲਾਂ ਆਪਾਂ ਇੱਥੇ ਨਾਲ ਇੱਕ ਹੋਰ ਲਾਈਨ ਐਡ ਕਰ ਸਕਦੇ ਹੈਗੇ ਆ ਕਿ ਸਮੁਦਾਇ ਪ੍ਰਤੀ ਅਧਿਆਪਕ ਦੀਆਂ ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ ਅਤੇ ਮੁੱਖ ਅਧਿਆਪਕ ਦੀਆਂ ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ ਜਿਹੜੀਆਂ ਹੈਗੀਆਂ ਨੇ ਸਮੇਂ ਦੇ ਅਨੁਸਾਰ ਕੀ ਹੈਗੀਆਂ ਨੇ ਪਰਿਵਰਤਨ ਹੋ ਰਹੀਆਂ ਹਨ। ਹੁਣ ਜੇਕਰ ਆਪਾਂ ਐਜ਼ ਅ ਪ੍ਰੋਫੈਸ਼ਨਲ ਦੇਖਾਂਗੇ ਪੇਸ਼ਾਵਰ ਭੂਮਿਕਾ, ਫਸਟ ਜਿਹੜਾ ਪੁਆਇੰਟ ਹੈਗਾ ਜੀ पेशावर भूमिका। ये साडे कोले फर्स्ट सब पॉइंट हैगा जी एज ए प्रोफेशनल लो जी। ये ਆਪਾਂ ਇੰਗਲਿਸ਼ ਦੇ ਵਿੱਚ ਵੀ ਨਾਲ ਹੀ ਲਿਖ ਦਿੱਤਾ ਕਿ ਪੇਸ਼ਾਵਰ ਦਾ ਜਿਹੜਾ ਹੈਗਾ ਭੂਮਿਕਾ ਕਿਸ ਰੂਪ ਦੇ ਵਿੱਚ ਹੁੰਦੀ ਹੈ ਇੱਕ ਅਧਿਆਪਕ ਦੀ। ਕਹਿੰਦੇ ਜਿਹੜਾ ਅਧਿਆਪਕ ਹੁੰਦਾ ਹੈ ਕਹਿੰਦੇ ਉਸ ਨੂੰ ਕੀ ਹੈਗਾ ਸਕੂਲ ਦਾ ਜਿਹੜਾ ਸਮਾਂ ਹੁੰਦਾ ਹੈਗਾ ਉਸ ਦੇ ਦੌਰਾਨ ਕੀ ਉਹ ਕਰਦਾ ਹੈ ਕਿ ਇੱਕ ਮਾਰਗਦਰਸ਼ਨ ਹੁੰਦਾ ਹੈ ਕਿਸੇ ਲਈ, ਵਿਦਿਆਰਥੀਆਂ ਦੇ ਲਈ। ਤਾਂ ਕਹਿੰਦੇ ਵਿਦਿਆਰਥੀਆਂ ਦੇ ਲਈ ਉਸ ਨੂੰ ਇੱਕ ਐਜ਼ ਏ ਕੀ ਹੋਣਾ ਚਾਹੀਦਾ, ਇੱਕ ਐਜ਼ ਏ ਪ੍ਰੋਫੈਸ਼ਨਲ ਤੌਰ ਤੇ ਉਹ ਟੀਚਰ ਹੈ ਔਰ ਜਦੋਂ ਉਹ ਇੱਕ ਬੱਚੇ ਨੂੰ ਗਾਈਡਲਾਈਨ ਦੇ ਰਿਹਾ ਇਟ ਮੀਨਸ ਉਹ ਉਸ ਦੇ ਲਈ ਕੀ ਹੈਗਾ ਵਿਦਿਆਰਥੀਆਂ ਲਈ ਕੀ ਹੋ ਗਿਆ ਇੱਕ ਮਾਰਗਦਰਸ਼ਨ ਹੋ ਗਿਆ। ਤਾਂ ਮਾਰਗਦਰਸ਼ਨ ਦੇ ਨਾਲ ਨਾਲ ਕੀ ਹੋ ਗਿਆ ਜੀ ਇੱਕ ਸਲਾਹਕਾਰੀ ਵੀ ਹੁੰਦਾ ਹੈ। ਤਾਂ ਇੱਕ ਆਪਾਂ ਇੱਥੇ ਦੋ ਗੱਲਾਂ ਲਿਖ ਲੈਂਦੇ ਆ ਜੀ, ਇੱਕ ਮਾਰਗਦਰਸ਼ਨ ਰੂਪ ਦੇ ਵਿੱਚ ਮਾਰਗਦਰਸ਼ਨ, ਸਲਾਹਕਾਰੀ मार्गदर्शन हो गया जी, एक सलाहकारी हो गया साडे कोले। ये ਜਿਹੜੀਆਂ ਸੇਵਾਵਾਂ ਹਨ ਸਲਾਹਕਾਰੀ ਸੇਵਾਵਾਂ। ਲਓ ਜੀ ਆਪਾਂ ਥੋੜਾ ਜਿਹਾ ਜਿਹੜਾ ਹਿੰਟ ਹੈਗਾ ਆਪਾਂ ਇੱਥੇ ਲਿਖ ਲਿਆ ਕਿ ਜਿਹੜੀਆਂ ਇੱਕ ਪੇਸ਼ਾਵਰ ਭੂਮਿਕਾ ਜਿਹੜੀ ਹੈਗੀ ਹੈ ਐਜ਼ ਏ ਪ੍ਰੋਫੈਸ਼ਨਲ ਇੱਕ ਟੀਚਰ ਦੀ ਕੀ ਰੋਲ ਐਂਡ ਰਿਸਪੌਂਸਿਬਿਲਟੀ ਕੀ ਬਣਦੀ ਹੈਗੀ ਆ। ਇੱਕ ਟੀਚਰ ਦੀ ਰਿਸਪੌਂਸਿਬਿਲਟੀ ਇਹ ਬਣਦੀ ਹੈਗੀ ਆ ਕਿ ਜਦੋਂ ਤੁਸੀਂ ਬੱਚਿਆਂ ਨੂੰ ਇੱਕ ਸਿੱਖਿਆ ਦੇ ਖੇਤਰ ਦੇ ਵਿੱਚ ਉਹਨਾਂ ਨੂੰ ਇੱਕ ਗਿਆਨ ਦਾ ਆਦਾਨ ਪ੍ਰਦਾਨ ਕਰ ਰਹੇ ਹੈਗੇ ਹੋ ਤਾਂ ਨੋ ਡਾਊਟ ਉਹਨਾਂ ਦਾ ਤੁਸੀਂ ਇੱਕ ਮਾਰਗਦਰਸ਼ਨ ਹੋ। ਤੁਸੀਂ ਉਹਨਾਂ ਨੂੰ ਇੱਕ ਸੰਦੇਸ਼ ਅਜਿਹਾ ਦੇਣ ਜਾ ਰਹੇ ਹੋ ਜਿਹੜਾ ਕਿ ਦੇ ਆਉਣ ਵਾਲੇ ਸਮੇਂ ਦੇ ਲਈ ਭਵਿੱਖ ਦੇ ਵਿੱਚ ਜਿਸ ਤਰੀਕੇ ਨਾਲ ਉਹਨਾਂ ਨੇ ਆਪਣੇ ਜੀਵਨ ਨੂੰ ਇੱਕ ਸਿੱਖਿਆ
ਸਿੱਖਿਆ ਦੇ ਤਹਿਤ ਬਤੀਤ ਕਰਨਾ ਹੈ ਤਾਂ ਉਹੋ ਜਿਹਾ ਮਾਰਗਦਰਸ਼ਨ ਉਹਨਾਂ ਦਾ ਚੰਗਾ ਹੋਣਾ ਚਾਹੀਦਾ ਹੈ। ਤਾਂ ਸਲਾਹਕਾਰੀ ਰੂਪ ਕੀ ਹੋ ਗਿਆ ਜੀ? ਸਲਾਹਕਾਰੀ ਸੇਵਾਵਾਂ ਕੀ ਹੋ ਗਈਆਂ ਵੀ ਮਤਲਬ ਆਪਾਂ ਕਹਿੰਦੇ ਨੇ ਵੀ ਕਿਸੇ ਸਟੂਡੈਂਟਸ ਨੂੰ ਕੋਈ ਗਾਈਡਲਾਈਨ ਅਜਿਹੀ ਚਾਹੀਦੀ ਹੁੰਦੀ ਹੈ ਜਿਸ ਨਾਲ ਉਹਨਾਂ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਅਸੀਂ ਕਿਸੇ ਨਾ ਕਿਸੇ ਟੀਚਰ ਦੀ ਅਸੀਂ ਸਲਾਹ ਲੈ ਸਕੀਏ ਵੀ ਇਸ ਵਿਸ਼ੇ ਦੇ ਵਿੱਚ ਹਰ ਅੱਗੇ ਆਪਾਂ ਕਹਿੰਦੇ ਨੇ ਵੀ ਹੁਣ ਆਪਾਂ ਹਲੇ ਥੋੜਾ ਘੱਟ ਗਿਆਨ ਹਾਸਲ ਕੀਤਾ, ਇਸ ਨੂੰ ਹੋਰ ਰਿਸਰਚ ਕੀਤੀ ਜਾਵੇ, ਡੂੰਘਾਈ ਦੇ ਤੌਰ ਤੇ ਜਾਇਆ ਜਾਵੇ ਤਾਂ ਇਸੇ ਬਾਰੇ ਸਾਨੂੰ ਆਪਣੇ ਅਧਿਆਪਕ ਕੋਲੋਂ ਸਲਾਹ ਲੈਣੀ ਚਾਹੀਦੀ ਹੈ। ਤਾਂ ਇੱਕ ਐਜ਼ ਏ ਟੀਚਰ ਹੋਣ ਦੇ ਨਾਤੇ, ਐਜ਼ ਏ ਸਾਡਾ ਪ੍ਰੋਫੈਸ਼ਨ ਕੀ ਹੈਗਾ ਕਿ ਮੇਰਾ ਇੱਕ ਅਧਿਆਪਕ ਹੋਣ ਦੇ ਨਾਤੇ ਕੀ ਜ਼ਿੰਮੇਵਾਰੀ ਬਣੂਗੀ ਕਿ ਮੈਂ ਸਿੱਖਿਆਰਥੀਆਂ ਦੇ ਵਿੱਚ ਅਜਿਹਾ ਮਾਰਗਦਰਸ਼ਨ ਲੈ ਕੇ ਆਵਾਂ, ਅਜਿਹੀਆਂ ਸਲਾਹਕਾਰ ਰੂਪ ਦੇ ਵਿੱਚ ਸੇਵਾਵਾਂ ਦੇਵਾਂ ਜਿਸ ਦੇ ਨਾਲ ਉਹਨਾਂ ਦੇ ਵਿੱਚ ਆਉਣ ਵਾਲਾ ਜਿਹੜਾ ਭਵਿੱਖ ਹੈਗਾਗਾ, ਭਵਿੱਖ ਦੇ ਵਿੱਚ ਜਿਹੜੀਆਂ ਗਤੀਵਿਧੀਆਂ ਹੈਗੀਆਂ ਹਨ ਉਹ ਅੱਜ ਦੇ ਸਲਾਹਕਾਰ ਤੇ ਅੱਜ ਦੇ ਮਾਰਗਦਰਸ਼ਨ ਦੇ ਉੱਪਰ ਟਿਕੀਆਂ ਹੋਈਆਂ ਹਨ। ਇਹ ਸਭ ਤੋਂ ਵੱਡੀ ਇੱਕ ਜ਼ਿੰਮੇਵਾਰੀ ਬਣਦੀ ਹੈ ਇੱਕ ਐਜ਼ ਏ ਪ੍ਰੋਫੈਸ਼ਨਲ ਤੌਰ ਤੇ ਔਰ ਇੱਕ ਐਜ਼ ਏ ਗਾਈਡਲਾਈਨ ਤੌਰ ਤੇ, ਇੱਕ ਆਪਾਂ ਕਹਿੰਦੇ ਨੇ ਜੀ ਸਾਡਾ ਇੱਕ ਮਾਰਗਦਰਸ਼ਨ ਤੌਰ ਤੇ ਇੱਕ ਜ਼ਿੰਮੇਵਾਰੀ ਹੋਗੀ ਜਿਹਨੂੰ ਅਸੀਂ ਦੇਖੋ ਆਪਾਂ ਟੌਪਿਕ ਦੇ ਵਿੱਚ ਲਿਖਿਆ ਹੈ ਔਰ ਇੱਕ ਭੂਮਿਕਾ ਹੋਗੀ, ਮਤਲਬ ਮੇਰਾ ਰੋਲ ਹੈ ਇੱਕ ਅਧਿਆਪਕ ਦਾ ਇੱਕ ਰੋਲ ਬਣਦਾ ਹੈ ਕਿ ਐਜ਼ ਏ ਪ੍ਰੋਫੈਸ਼ਨਲ ਤੁਸੀਂ ਕਿਸ ਤਰ੍ਹਾਂ ਤੁਸੀਂ ਸਟੂਡੈਂਟ ਨਾਲ ਸਰਵਾਈਵ ਕਰਨਾ ਹੈ, ਕਿਸ ਤਰੀਕੇ ਨਾਲ ਤੁਸੀਂ ਸਟੂਡੈਂਟਸ ਨੂੰ ਗਿਆਨ ਦਾ ਆਦਾਨ ਪ੍ਰਦਾਨ ਕਰਨਾ ਹੈ। ਔਰ ਇਸ ਤੋਂ ਬਾਅਦ ਸਾਡੇ ਕੋਲੇ ਜਿਹੜਾ ਸੈਕਿੰਡ ਸਬ ਪੁਆਇੰਟ ਹੈਗਾ ਉਹ ਹੈਗਾ ਜੀ ਪ੍ਰਤੀਪਾਲਕ ਵਾਲੀ ਭੂਮਿਕਾ। ਪ੍ਰਤੀਪਾਲਕ ਵਾਲੀ ਭੂਮਿਕਾ ਪ੍ਰਤੀਪਾਲਕ ਵਾਲੀ ਭੂਮਿਕਾ ਲੋ ਸਾਡੇ ਕੋਲੇ ਇਹ ਸੈਕਿੰਡ ਸਬ ਪੁਆਇੰਟ ਆ ਗਿਆ ਜੀ ਐਜ਼ ਏ ਆਪਾਂ ਕਹਿ ਸਕਦੇ ਪੇਰੈਂਟ, ਜੇਕਰ ਅਸੀਂ ਇਸ ਨੂੰ ਇੰਗਲਿਸ਼ ਵਿੱਚ ਟ੍ਰਾਂਸਲੇਟ ਕਰਨਾ ਹੋਵੇ ਤਾਂ ਇਹ ਕੀ ਹੈਗਾ ਸਾਡੇ ਕੋਲੇ ਜੀ ਐਜ਼ ਏ ਪੇਰੈਂਟ। ਐਜ਼ ਏ ਪੇਰੈਂਟ ਹੁਣ ਸਾਡੇ ਕੋਲੇ ਸੈਕਿੰਡ ਦੇ ਵਿੱਚ ਸਬ ਪੁਆਇੰਟ ਆ ਗਿਆ ਜੀ ਕਿ ਇੱਕ ਸਮੁਦਾਇ ਦੇ ਪ੍ਰਤੀ ਇੱਕ ਅਧਿਆਪਕ ਦਾ ਕੀ ਰੋਲ ਹੈ ਔਰ ਇਹਦੇ ਵਿੱਚ ਕੀ ਕੀ ਜ਼ਿੰਮੇਵਾਰੀਆਂ ਹਨ ਔਰ ਭੂਮਿਕਾ ਅਤੇ ਜ਼ਿੰਮੇਵਾਰੀ ਦੇਖੋ ਵੱਖਰੀ ਵੱਖਰੀ ਗੱਲ ਹੈ ਇਹਦੇ ਵਿੱਚ। ਤਾਂ ਇੱਥੇ ਇੱਕ ਐਜ਼ ਏ ਪੇਰੈਂਟ ਤੌਰ ਤੇ ਅਸੀਂ ਉਹਦੇ ਵਿੱਚ ਕੀ ਗੱਲ ਕਰਾਂਗੇ, ਉਹਦੇ ਵਿੱਚ ਹੈਗਾ ਕਹਿੰਦੇ ਜਿਹੜਾ ਪਰਿਵਾਰ ਦਾ ਜਿਹੜਾ ਰੁਤਬਾ ਹੈ ਸਾਡਾ, ਆਪਾਂ ਕਹਿੰਦੇ ਨੇ ਨਾ ਵੀ ਜਿਵੇਂ ਇੱਕ ਅਸੀਂ ਸਮਾਜ ਦਾ ਇੱਕ ਅਧਿਆਪਕ ਕੀ ਹੈਗਾ ਕਿ ਇੱਕ ਸਮਾਜ ਦਾ ਕੀ ਹੈਗਾ ਹਿੱਸਾ ਹੈ, ਸਮੁਦਾਇ ਦਾ ਇੱਕ ਹਿੱਸਾ ਹੈ। ਤਾਂ ਜਦੋਂ ਉਹ ਇੱਕ ਐਜ਼ ਏ ਪ੍ਰੋਫੈਸ਼ਨਲ ਤੌਰ ਤੇ ਜਦੋਂ ਰੋਲ ਅਦਾ ਕਰੂਗਾ ਤਾਂ ਉਹ ਵਿਦਿਆਰਥੀਆਂ ਦੇ ਨਾਲ ਕਿਹੜਾ ਢੰਗ ਨਾਲ ਰੋਲ ਅਦਾ ਕਰਦਾ, ਇੱਕ ਮਾਰਗਦਰਸ਼ਨ ਦੇ ਰੂਪ ਦੇ ਵਿੱਚ, ਇੱਕ ਸਲਾਹਕਾਰੀ ਰੂਪ ਦੇ ਵਿੱਚ। ਹੁਣ ਜਦੋਂ ਇੱਕ ਪ੍ਰਤੀਪਾਲਿਕਾ ਵਾਲੀ ਉਹਦੀ ਭੂਮਿਕਾ ਆਉਂਦੀ ਹੈ ਇੱਕ ਐਜ਼ ਏ ਪੇਰੈਂਟ ਤੌਰ ਤੇ ਉਹ ਕੀ ਰੋਲ ਨਿਭਾਊਗਾ, ਸਭ ਤੋਂ ਪਹਿਲਾਂ ਤਾਂ ਆਉਂਦਾ ਹੈ ਪਰਿਵਾਰ ਦਾ ਰੁਤਬਾ, ਫਿਰ ਸਮਾਜ 'ਚ ਸਥਿਤੀ, ਪਰਿਵਾਰ ਦਾ ਰੁਤਬਾ, ਪਰਿਵਾਰ ਦਾ ਰੁਤਬਾ ਇਹਦੇ ਵਿੱਚ ਇਹ ਪਹਿਲੀ ਗੱਲ ਕੀਤੀ ਗਈ ਹੈਗੀ ਹੈ ਜੀ। ਉਸ ਤੋਂ ਬਾਅਦ ਸਮਾਜਿਕ ਸਥਿਤੀ ਦੀ ਗੱਲ ਹੋਈ ਹੈ, ਸਮਾਜਿਕ ਸਥਿਤੀ, ਦੇਖੋ ਸਮਾਜਿਕ ਸਥਿਤੀ ਜਾਂ ਸਮਾਜ ਦੀ ਸਥਿਤੀ, ਫਿਰ ਕੀ ਹੈਗਾ ਰੁਤਬੇ ਦੀ ਲੋੜ ਅਨੁਸਾਰ ਕੀ ਹੈਗਾ ਉੱਚਾ ਉੱਠਣ ਦੀ ਗੱਲ ਹੋ ਰਹੀ ਹੈ ਰੁਤਬੇ ਦੇ ਅਨੁਸਾਰ। ਵੀ ਕਹਿਣ ਤੋਂ ਭਾਵ ਕੀ ਹੈਗਾ ਜੋ ਇੱਕ ਪਰਿਵਾਰ ਦੇ ਮੈਂਬਰ ਦੇ ਵਿੱਚ ਜੋ ਇੱਕ ਰੁਤਬਾ ਚਾਹੀਦਾ ਹੈ, ਇੱਕ ਅਧਿਆਪਕ ਦਾ ਕੀ ਰੋਲ ਹੈਗਾ ਉਸ ਰੁਤਬੇ ਤੱਕ ਉਸ ਦੀ ਜਿਹੜੀ ਲੋੜ ਹੈਗੀ ਆ ਕੀ ਉਸ ਨੂੰ ਠੀਕ ਸਮਝਿਆ ਗਿਆ ਹੈ, ਕੀ ਉਸ ਨੂੰ ਉਸ ਰੁਤਬੇ ਤੱਕ ਉੱਚਾ ਉਠਾ ਸਕਿਆ ਹੈ ਇੱਕ ਅਧਿਆਪਕ ਕਿ ਨਹੀਂ ਉਠਾ ਸਕਿਆ ਹੈ, ਇੱਕ ਰੁਤਬੇ ਦੀ ਗੱਲ ਹੋਈ ਹੈ ਜੀ। ਚਲੋ ਜੀ ਪਰਿਵਾਰ ਦੇ ਰੁਤਬੇ ਦੀ ਗੱਲ ਸੀ, ਇੱਥੇ ਸਮਾਜਿਕ ਸਥਿਤੀ ਦੀ ਗੱਲ ਹੋਈ ਹੈਗੀ ਆ, ਫਿਰ ਰੁਤਬੇ ਦੀ ਲੋੜ ਅਨੁਸਾਰ ਆਪਾਂ ਇੱਥੇ ਲਿਖ ਸਕਦੇ ਹਾਂ ਰੁਤਬੇ ਦੀ ਲੋੜ ਅਨੁਸਾਰ। ਰੁਤਬੇ ਦੀ ਲੋੜ ਅਨੁਸਾਰ ਇਹਦੇ ਵਿੱਚ ਤਿੰਨ ਗੱਲਾਂ ਸਾਡੇ ਕੋਲ ਸ਼ਾਮਲ ਹੋਈਆਂ ਹਨ ਜੀ। ਕੀ ਹੈਗਾ ਕਹਿੰਦੇ ਜਿਹੜੀਆਂ ਇੱਕ ਸਮੁਦਾਇ ਦੇ ਪ੍ਰਤੀ ਅਧਿਆਪਕ ਦੀ ਇੱਕ ਰੋਲ ਐਂਡ ਰਿਸਪੌਂਸਿਬਿਲਿਟੀ
ਤਾਂ ਕਹਿਣ ਦਾ ਭਾਵ ਕੀ ਹੋ ਗਿਆ ਜੀ, ਕਹਿੰਦੇ ਇੱਕ ਐਜ਼ ਅ ਪੇਰੈਂਟ, ਟੀਚਰ ਇੱਕ ਐਜ਼ ਅ ਪੇਰੈਂਟ ਵੀ ਰੋਲ ਅਦਾ ਕਰਦਾ ਹੈ ਸਮੁਦਾਇ ਦੇ ਵਿੱਚ ਰਹਿ ਕੇ। ਪਰਿਵਾਰ ਕੀ ਹੈਗੀ, ਇੱਕ ਸਮੁਦਾਇ ਦੀ ਇੱਕ ਇਕਾਈ ਹੈ। ਤਾਂ ਪਰਿਵਾਰ ਦੇ ਵਿੱਚ ਜੋ ਵੀ ਮੈਂਬਰ ਆਪਣਾ ਜੀਵਨ ਬਤੀਤ ਕਰ ਰਹੇ ਹਨ, ਉਹਨਾਂ ਦੀਆਂ ਵੱਖ-ਵੱਖ ਰੁਤਬੇ ਦੇ ਅਨੁਸਾਰ ਵੱਖ-ਵੱਖ ਭੂਮਿਕਾਵਾਂ ਅਤੇ ਵੱਖ-ਵੱਖ ਜ਼ਿੰਮੇਵਾਰੀਆਂ ਹਨ। ਤਾਂ ਆਪਾਂ ਇੱਕ ਗੱਲ ਕਰ ਰਹੇ ਹਾਂ ਇੱਕ ਅਧਿਆਪਕ ਦੀ। ਤਾਂ ਇੱਕ ਅਧਿਆਪਕ ਦੀ ਕਹਿੰਦੇ ਜਦੋਂ ਇੱਕ ਸਮੁਦਾਇ ਦੇ ਨਾਲ ਜੁੜ ਜਾਂਦਾ ਹੈ ਤਾਂ ਉਹਦੇ ਵਿੱਚ ਇੱਕ ਪਰਿਵਾਰ ਵੀ ਉਹਦਾ ਸ਼ਾਮਲ ਹੈ। ਤਾਂ ਪਰਿਵਾਰ ਦੇ ਵਿੱਚ ਆਪਾਂ ਗੱਲ ਕੀਤੀ ਪਰਿਵਾਰ ਦਾ ਰੁਤਬਾ। ਹੁਣ ਪਰਿਵਾਰ ਦੇ ਰੁਤਬੇ ਦੀ ਕੀ ਗੱਲ ਹੈਗੀ ਆ ਵੀ ਜਿਵੇਂ ਆਪਾਂ ਇੱਕ ਬੱਚਿਆਂ ਦੇ ਲਈ ਮਾਰਗਦਰਸ਼ਨ ਬਣਦੇ ਹੈਗੇ ਆ ਔਰ ਬੱਚਿਆਂ ਲਈ ਸਲਾਹਕਾਰੀ ਬਣਦੇ ਆ, ਤਾਂ ਆਪਾਂ ਨੂੰ ਪਰਿਵਾਰ ਦੇ ਲਈ ਵੀ ਇੱਕ ਮਾਰਗਦਰਸ਼ਨ ਤੇ ਸਲਾਹਕਾਰੀ ਬਣਨਾ ਚਾਹੀਦਾ ਹੈ। ਔਰ ਦੂਜੀ ਗੱਲ ਕੀ ਹੈਗੀ ਆ ਸਮਾਜਿਕ ਸਥਿਤੀ। ਇੱਕ ਅਧਿਆਪਕ ਸਮਾਜ ਦੀਆਂ ਸਥਿਤੀਆਂ ਨੂੰ, ਹਾਲਾਤਾਂ ਨੂੰ ਵੱਖਰੇ ਵੱਖਰੇ ਢੰਗ ਦੇ ਨਾਲ ਸਮਝਦਾ ਹੈ ਔਰ ਉਹਨਾਂ ਦੀਆਂ ਪਰੇਸ਼ਾਨੀਆਂ ਦਾ ਹੱਲ ਵੀ ਕਰਦਾ ਹੈ। ਤਾਂ ਉਸ ਤਰੀਕੇ ਨਾਲ ਕਹਿੰਦੇ ਇੱਕ ਪਰਿਵਾਰ ਦੇ ਨਾਲ ਜੁੜੇ ਹੋਣ ਕਰਕੇ ਉਸ ਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਦੀਆਂ ਸਮੱਸਿਆਵਾਂ ਦਾ ਸਮਾਧਾਨ ਕਰਨਾ ਚਾਹੀਦਾ ਹੈ ਔਰ ਉਹਨਾਂ ਦੀਆਂ ਲੋੜਾਂ, ਗੱਲ ਅੱਗੇ ਆਏਗੀ ਰੁਤਬੇ ਦੀਆਂ ਲੋੜਾਂ ਅਨੁਸਾਰ। ਰੁਤਬੇ ਦੀ ਲੋੜ ਅਨੁਸਾਰ ਕੀ ਹੈਗਾ ਵੀ ਜੋ ਵੀ ਉਹਨਾਂ ਦੀਆਂ ਬੇਸਿਕ ਨੀਡਸ ਹੈਗੀਆਂ ਨੇ ਆਪਣੇ ਬੱਚਿਆਂ ਦੀਆਂ, ਆਪਣੇ ਪੇਰੈਂਟਸ ਦੀਆਂ ਜਾਂ ਆਪਣੇ ਘਰਾਂ ਦੇ ਵਿੱਚ ਵੱਖ-ਵੱਖ ਮੈਂਬਰ ਜੁੜੇ ਹੋਏ ਨੇ ਤੁਹਾਡੇ ਨਾਲ, ਤਾਂ ਉੱਥੇ ਤੁਹਾਡਾ ਇਹ ਇੱਕ ਰੋਲ ਹੈ, ਤੁਹਾਡੀ ਇੱਕ ਰਿਸਪੌਂਸਿਬਿਲਟੀ ਹੈਗੀ ਆ ਕਿ ਜੋ ਇੱਕ ਰੁਤਬੇ ਦੀ ਲੋੜ ਹੈਗੀ ਹੈ ਅਸੀਂ ਉਸ ਨੂੰ ਉੱਚਾ ਉਠਾ ਸਕੇ ਔਰ ਕਿੰਨਾ ਕੁ ਉਠਾ ਸਕੇ। ਕਹਿੰਦੇ ਇਹ ਇੱਕ ਉਸ ਨੂੰ ਸੰਦੇਸ਼ ਜ਼ਰੂਰ ਹੋਣਾ ਚਾਹੀਦਾ ਹੈ, ਇਹ ਉਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਕਿ ਇਹ ਮੇਰਾ ਆਪਣਾ ਪਰਿਵਾਰ ਹੈ, ਮੈਨੂੰ ਆਪਣੇ ਆਪ ਦੇਖ ਕੇ ਇਹ ਇੱਕ ਇਹੋ ਜਿਹੀ ਭੂਮਿਕਾਵਾਂ ਨਿਭਾਉਣਗੇ ਜਿਸ ਦੇ ਨਾਲ ਉਹਨਾਂ ਨੂੰ ਇਹ ਲੱਗੂਗਾ ਕਿ ਮੇਰਾ ਪਰਿਵਾਰ ਆਪਣੇ ਆਪ ਉੱਚਾ ਉੱਠ ਸਕੇਗਾ। ਨਹੀਂ, ਫਿਰ ਇਸ ਦੇ ਵਿੱਚ ਆਪਾਂ ਕਹਿ ਦਿੰਦੇ ਹਾਂ ਵੀ ਮੁੱਢਲੀਆਂ ਲੋੜਾਂ ਜ਼ਰੂਰਤਾਂ ਮੁਹੱਈਆ ਕਰਵਾਈਆਂ। ਇੰਟਰੋਡਕਸ਼ਨ ਤੋਂ ਬਾਅਦ ਦੇਖੋ ਆਪਾਂ 2 ਪੁਆਇੰਟ ਆਪਾਂ ਸਬਮਿਟ ਕੀਤੇ ਆ ਜੀ, ਉਸੇ ਨੂੰ ਹੀ ਆਪਾਂ ਕੰਟੀਨਿਊ ਕਰਾਂਗੇ। ਹਾਂਜੀ, ਜਿਹੜੀ ਆਪਣੇ ਕੋਲ ਪੁਆਇੰਟਸ ਵਾਲੀ ਗੱਲ ਹੈਗੀ ਆ ਉਹ ਕੀ ਹੈਗਾ, ਕਹਿੰਦੇ ਉਸ ਨੂੰ ਆਪਣੇ ਬੱਚਿਆਂ ਨੂੰ ਸਮਾਜਿਕ ਦੇ ਸਮਾਜਿਕ ਅਨੁਭਵ ਹੋ ਗਿਆ ਜੀ ਔਰ ਪ੍ਰਵਾਨਗੀ ਵਾਲੇ ਵਿਅਕਤੀ ਬਣਾ ਕੇ ਸਮਾਜਿਕ। ਇਸ ਦੇ ਨਾਲ ਹੀ ਹੈ ਰਦੇ ਜਿਹੜਾ ਸਾਡੇ ਕੋਲ ਐਜ਼ ਅ ਪੈਰੈਂਟ ਦੀ ਗੱਲ ਹੋ ਰਹੀ ਹੈ ਉਹਦੇ ਵਿੱਚ ਪਰਿਵਾਰ ਦੇ ਰੁਤਬੇ ਦੀ ਗੱਲ ਹੋ ਗਈ, ਸਮਾਜਿਕ ਸਥਿਤੀ ਦੀ ਗੱਲ ਹੋ ਗਈ, ਫਿਰ ਰੁਤਬੇ ਦੀ ਲੋੜ ਅਨੁਸਾਰ ਗੱਲ ਹੋ ਗਈ। ਇਹਨਾਂ ਤਿੰਨ ਚੀਜ਼ਾਂ ਨੂੰ ਸਮਝਦੇ ਹੋਏ ਇਹਦੇ ਨਾਲ ਆਪਣੇ ਕੋਲੇ ਕੀ ਹੈਗਾ ਕਹਿੰਦੇ ਜਿਹੜਾ ਸਮਾਜ ਦਾ ਇੱਕ ਅਨੁਭਵ ਹੈ, ਸਮਾਜਿਕ ਅਨੁਭਵ, ਸਮਾਜਿਕ ਅਨੁਭਵ ਇਹਦੇ ਵਿੱਚ ਸ਼ਾਮਲ ਹੁੰਦਾ ਹੈ। ਵੀ ਮਤਲਬ ਕੀ ਹੈਗਾ ਜੋ ਸਮਾਜ ਦੇ ਵਿੱਚ ਇੱਕ ਅਧਿਆਪਕ ਆਪ ਇੱਕ ਖੁਦ ਰਿਅਲਾਈਜੇਸ਼ਨ ਕਰਦਾ ਹੈ ਤੇ ਇੱਕ ਐਜ਼ ਅ ਪੇਰੈਂਟਸ ਤੌਰ ਤੇ ਵੀ ਉਸ ਨੂੰ ਉੱਥੇ ਇੱਕ ਉਹ ਜ਼ਿੰਮੇਵਾਰੀ ਉਹਦਾ ਰੋਲ ਬਣਦਾ ਹੈ ਉਸ ਨੂੰ ਨਿਭਾਉਣ ਦਾ। ਤਾਂ ਫਿਰ ਕੀ ਹੈਗਾ ਕਹਿੰਦੇ ਇੱਕ ਪ੍ਰਵਾਨਗੀ ਵਾਲਾ ਜਿਹੜਾ ਵਿਅਕਤੀ ਦਾ ਗੁਣ ਹੁੰਦਾ ਹੈਗਾ, ਪ੍ਰਵਾਨਗੀ ਵਾਲੇ ਵਿਅਕਤੀ ਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਨਿਭਾਉਣੀ, ਪ੍ਰਵਾਨਗੀ ਵਿਅਕਤੀ। ਨੈਕਸਟ ਜਿਹੜਾ ਹੈਗਾ ਇਹਦੇ ਨਾਲ ਪ੍ਰਵਾਨਗੀ ਵਿਅਕਤੀ। ਇਹਦੇ ਵਿੱਚ ਦੇਖੋ ਪ੍ਰਵਾਨਗੀ ਵਿਅਕਤੀ ਦੀ ਗੱਲ ਹੋਈ ਹੈ ਵੀ ਆਪਾਂ ਇਹ ਗੱਲ ਕਹਿੰਦੇ ਆ ਵੀ ਜਦੋਂ ਇੱਕ ਤੁਸੀਂ ਐਜ਼ ਅ ਟੀਚਰ ਤੌਰ ਤੇ ਆਪਾਂ ਨੂੰ ਇੱਕ ਗੱਲ ਦੱਸੀ ਗਈ ਆਪਣੇ ਟੌਪਿਕ ਦੇ ਅਨੁਸਾਰ ਜਿਹੜਾ ਸਾਡਾ ਰੋਲ ਹੈ ਉਹ ਕੀ ਹੈਗਾ ਐਜ਼ ਅ ਪੇਰੈਂਟ। ਹੁਣ ਪੇਰੈਂਟ ਤੌਰ ਤੇ ਹੋਣ ਦੇ ਨਾਤੇ ਕੀ ਹੈਗਾ ਅਸੀਂ ਕਹਿੰਦੇ ਸਮਾਜ ਦੇ ਵਿੱਚ ਜਿਸ ਤਰੀਕੇ ਦਾ ਅਸੀਂ ਅਨੁਭਵ ਰਿਅਲਾਈਜ਼ ਕੀਤਾ, ਇੱਕ ਰਿਅਲਾਈਜੇਸ਼ਨ ਹੁੰਦੀ ਹੈ ਐਕਸਪੀਰੀਅੰਸ ਦੀ, ਉਸ ਨੂੰ ਕਹਿੰਦੇ ਆਪਣੇ ਪਰਿਵਾਰ ਦੇ ਵਿੱਚ ਜ਼ਰੂਰ ਉਸ ਨੂੰ ਦੱਸਣਾ ਚਾਹੀਦਾ, ਸਾਂਝਾ ਕਰਨਾ ਚਾਹੀਦਾ ਹੈ। ਫਿਰ ਇੱਕ ਪ੍ਰਵਾਨਗੀ ਵਿਅਕਤੀ ਦੀ ਗੱਲ ਹੋਈ ਹੈ, ਮਤਲਬ ਕੀ ਹੈਗਾ ਉਹਨਾਂ ਦੇ ਲਾਈਫ ਦੇ ਵਿੱਚ, ਬੱਚਿਆਂ ਦੀ ਲਾਈਫ ਦੇ ਵਿੱਚ ਕੀ ਹੋਣਾ ਚਾਹੀਦਾ, ਸਟੇਬਿਲਿਟੀ ਨਹੀਂ ਹੋਣੀ ਚਾਹੀਦੀ, ਉਹਨਾਂ ਦਾ ਜੀਵਨ ਜਿਹੜਾ ਹੈਗਾ ਕਿ ਗਤੀ ਆਤਮਿਕ ਔਰ ਵਿਕਾਸਾਤਮਕ ਰੂਪ ਦੇ ਵਿੱਚ ਹੋਣਾ ਚਾਹੀਦਾ ਹੈ। ਫਿਰ ਉਹਨਾਂ ਨੇ ਗੱਲ ਕੀਤੀ ਹੈਗੀ ਆ ਕਹਿੰਦੇ ਸਰੀਰਕ, ਮਾਨਸਿਕ ਅਤੇ ਸਮਾਜਿਕ ਭਾਵਾਤਮਕ, ਸਰੀਰਕ ਸਮਾਜਿਕ ਭਾਵਾਤਮਕ
ਤੰਦਰੁਸਤੀ ਦਾ ਤੰਦਰੁਸਤੀ ਦਾ ਤੰਦਰੁਸਤੀ ਦਾ ਧਿਆਨ ਰੱਖਣਾ ਚਾਹੀਦਾ ਹੈ। ਲਓ ਜੀ, ਹੁਣ ਆਪਣੇ ਕੋਲੇ ਇੱਕ ਪ੍ਰਤੀਪਾਲਕ ਵਾਲੀ ਜਿਹੜੀ ਭੂਮਿਕਾ ਹੈਗੀ ਹੈ ਇੱਕ ਟੀਚਰ ਦੀ, ਤਾਂ ਉਹਦੀ ਇੱਕ ਇਹ ਰੋਲ ਬਣਦਾ ਹੈ, ਇੱਕ ਇਹ ਰਿਸਪੌਂਸਿਬਿਲਟੀ ਬਣਦੀ ਹੈ ਕਿ ਤੁਸੀਂ ਸਰੀਰਕ, ਸਮਾਜਿਕ, ਭਾਵਾਤਮਕ ਅਤੇ ਤੰਦਰੁਸਤੀ ਦਾ ਧਿਆਨ ਵੀ ਰੱਖਣਾ ਚਾਹੀਦਾ ਹੈ। ਨੋ ਡਾਊਟ, ਦੇਖੋ ਆਪਾਂ ਇੱਕ ਐਜ਼ ਅ ਟੀਚਰ ਹੋਣ ਦੇ ਨਾਤੇ ਜਦੋਂ ਅਸੀਂ ਕਲਾਸਰੂਮ ਦੇ ਵਿੱਚ ਪੜ੍ਹਾ ਰਹੇ ਹਾਂ ਤਾਂ ਅਸੀਂ ਬੱਚੇ ਨੂੰ ਸਰੀਰਕ ਤੌਰ ਤੇ ਵੀ ਅਸੀਂ ਗਿਆਨ ਦਿੰਦੇ ਆ, ਉਹਨਾਂ ਨੂੰ ਸਮਾਜ ਦੀਆਂ ਹਾਲਾਤਾਂ ਬਾਰੇ ਵੀ ਜਾਣਕਾਰੀ ਕਰਵਾਉਂਦੇ ਆ, ਫਿਰ ਉਹਨਾਂ ਦੀਆਂ ਭਾਵਨਾਵਾਂ ਦੇ ਤਹਿਤ ਉਹਨਾਂ ਨੂੰ ਅਸੀਂ ਗਿਆਨ ਜਿੱਥੋਂ ਤੱਕ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ ਉੱਥੋਂ ਤੱਕ ਅਸੀਂ ਗਿਆਨ ਦੇ ਵਿੱਚ ਉਹਨਾਂ ਨੂੰ ਸ਼ਬਦਾਂ ਦੇ ਰਾਹੀਂ ਗਿਆਨ ਦਾ ਕੀ ਕਰਵਾਉਂਦੇ ਜੀ, ਜਾਣੂ ਕਰਵਾਉਂਦੇ ਆ। ਫਿਰ ਉਹਨਾਂ ਨੂੰ ਤੰਦਰੁਸਤੀ ਦਾ ਧਿਆਨ ਵੀ ਰੱਖਣ ਦੇ ਪ੍ਰਤੀ ਉਹਨਾਂ ਨੂੰ ਅਸੀਂ ਸੰਦੇਸ਼ ਦਿੰਦੇ ਆ। ਤਾਂ ਇਹੋ ਜਿਹੇ ਹਾਲਾਤਾਂ ਦੇ ਵਿੱਚ ਜਿਹੜੀ ਜ਼ਿੰਮੇਵਾਰੀਆਂ ਬਣਦੀਆਂ ਹਨ ਇੱਕ ਅਧਿਆਪਕ ਦੀਆਂ, ਤਾਂ ਉਹ ਇੱਕ ਪ੍ਰਤੀਪਾਲਕ ਰੂਪ ਦੇ ਵਿੱਚ ਵੀ ਆਪਣਾ ਰੋਲ ਅਦਾ ਕਰਦਾ ਹੈ। ਸੋ ਇਹਨਾਂ ਗੱਲਾਂ ਨੂੰ ਸਾਨੂੰ ਕੀ ਹੈਗਾਗਾ ਕਹਿੰਦੇ ਧਿਆਨ ਰੱਖਣਾ ਚਾਹੀਦਾ ਹੈ। ਤਾਂ ਫਿਰ ਨੈਕਸਟ ਸਾਡੇ ਕੋਲ ਸਬ ਪੁਆਇੰਟ ਬਣਦਾ ਇੱਕ ਨਾਗਰਿਕ ਦੀ ਭੂਮਿਕਾ। ਇੱਕ ਨਾਗਰਿਕ ਦੀ ਭੂਮਿਕਾ ਸਬ ਪੁਆਇੰਟ ਸਾਡੇ ਕੋਲ ਇੱਕ ਨਾਗਰਿਕ ਦੀ ਭੂਮਿਕਾ। ਇੱਕ ਨਾਗਰਿਕ ਦੀ ਭੂਮਿਕਾ। ਦੇਖੋ ਇੱਕ ਅਧਿਆਪਕ ਦਾ ਕੀ ਰੋਲ ਹੈਗਾ ਜੀ, ਐਜ਼ ਅ ਸਿਟੀਜ਼ਨ ਜਿਹੜਾ ਇੱਕ ਰੋਲ ਹੈਗਾ ਉਸ ਦਾ, ਉਹ ਵੱਖਰੇ ਵੱਖਰੇ ਰੂਪਾਂ ਦੇ ਵਿੱਚ ਆਪਾਂ ਕਹਿੰਦੇ ਇੱਕ ਅਧਿਆਪਕ ਦੀ ਜ਼ਿੰਮੇਵਾਰੀ ਕੀ ਬਣਦੀ ਹੈਗੀ ਹੈ, ਕਹਿੰਦੇ ਇੱਕ ਨਾਗਰਿਕ ਰੂਪ ਦੇ ਵਿੱਚ ਵੀ ਬਣਦੀ ਹੈ। ਕਹਿੰਦੇ ਉਹਦੇ ਵਿੱਚ ਇੱਕ ਸਮਾਜਿਕ ਫਰਜ਼ ਔਰ ਬਾਲਿਗ ਵੋਟ ਜਿਹੜੇ ਇੱਕ ਸਮਾਜ ਦੇ ਪ੍ਰਤੀ ਉਹਦੇ ਫਰਜ਼ ਹੈਗੇ ਨੇ, ਇਹਦੇ ਵਿੱਚ ਆਪਾਂ ਕੀ ਲਿਖ ਸਕਦੇ ਹੈਗੇ ਜੀ, ਸਮਾਜਿਕ ਫਰਜ਼ ਹੋ ਗਏ ਜੀ, ਔਰ ਸਾਡੇ ਜੋ ਇੱਕ ਬਾਲਗ ਵੋਟ ਅਧਿਕਾਰ। ਇਹਦੇ ਵਿੱਚ ਇਹ ਦੋ ਗੱਲਾਂ ਦੇ ਰਾਹੀਂ ਆਪਾਂ ਨੂੰ ਇਸ ਪੁਆਇੰਟ ਨੂੰ ਆਪਾਂ ਡਿਸਕਸ ਕਰਾਂਗੇ ਜੀ। ਕੀ ਹੈਗਾ ਕਹਿੰਦੇ ਇੱਕ ਅਧਿਆਪਕ ਦੀ ਇੱਕ ਰੋਲ ਐਂਡ ਰਿਸਪੌਂਸਿਬਿਲਟੀ ਕੀ ਹੈਗੀ ਹੈ, ਇੱਕ ਐਜ਼ ਅ ਸਿਟੀਜ਼ਨ ਤੌਰ ਤੇ ਕੀ ਹੈਗੀ ਹੈ ਭੂਮਿਕਾ। ਕਹਿੰਦੇ ਉਹਦੇ ਇੱਕ ਸਮਾਜ ਦੇ ਪ੍ਰਤੀ ਜੋ ਫਰਜ਼ ਬਣਦੇ ਹਨ ਅਤੇ ਜੋ ਬਾਲਿਗ ਵੋਟ ਦਾ ਅਧਿਕਾਰ ਜੋ ਉਸ ਨੂੰ ਮਿਲਿਆ ਹੈ, ਕਹਿੰਦੇ ਉਸ ਨੂੰ ਉਹ ਪੂਰਾ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਜਿਹੜਾ ਆਪਣਾ ਇਹ ਟੌਪਿਕ ਹੈਗਾ ਸਮੁਦਾਇ ਪ੍ਰਤੀ ਅਧਿਆਪਕ ਦੀਆਂ ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ, ਇੰਟਰੋਡਕਸ਼ਨ ਵਿਦ 3 ਪੁਆਇੰਟਸ ਦੇ ਨਾਲ ਆਪਾਂ ਇਸ ਨੂੰ ਡਿਸਕਸ ਕੀਤਾ ਹੈ। ਇਸ ਦੇ ਵਿੱਚ ਅੱਗੇ ਹੋਰ ਪੁਆਇੰਟਸ ਹੈਗੇ ਨੇ, 100 ਪੁਆਇੰਟਸ, ਆਪਾਂ ਉਸ ਨੂੰ ਨੈਕਸਟ ਲੈਕਚਰ ਦੇ ਵਿੱਚ ਡਿਸਕਸ ਕਰਾਂਗੇ। ਥੈਂਕ ਯੂ।